ਉਹ ਜਿਹੜੇ ਗੱਲਾਂ ਕਰਦੇ ਆ ਮੂੰਹ ਤੇ ਆ ਕੇ ਤਾਂ ਇੰਨੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਕੀ ਕਰਦੇ ਆ, ਬਟ ਕਿਤੇ ਨਾ ਕਿਤੇ ਸਾਨੂੰ ਪਤਾ ਤਾਂ ਲੱਗ ਹੀ ਜਾਂਦਾ ਹੈ। ਸੋ ਮਤਲਬ ਮੈਂ ਜੋ ਅੱਜ ਹਾਸਿਲ ਕੀਤਾ, ਮੈਨੂੰ ਲੱਗਦਾ ਅੱਜ ਸਾਰੇ ਲੋਕ ਮੇਰੇ ਨਾਲ ਹੈ, ਉਹ ਇਹੀ ਜਤਾ ਰਹੇ ਹੈ ਕਿ ਆਪਾਂ ਤਾਂ ਸ਼ੁਰੂ ਤੋਂ ਹੀ ਬਹੁਤ ਚਾਹੁੰਦੇ ਸੀ, ਅਸੀਂ ਤੇਰੇ ਲਈ ਬਹੁਤ ਅਰਦਾਸਾਂ ਕੀਤੀਆਂ। ਮੈਂ ਬਚਪਨ ਵਿੱਚ ਇਹ ਠਾਣ ਰੱਖੀ ਸੀ, ਇਹ ਸੋਚਿਆ ਹੋਇਆ ਸੀਗਾ ਕਿ ਅਗਰ ਅੱਜ ਮੈਂ ਗਰੀਬੀ ਦੇ ਵਿੱਚ ਹਾਂ ਜਾਂ ਮੇਰੇ ਪਰਿਵਾਰ ਦੇ ਵਿੱਚ ਇਹੋ ਜਿਹਾ ਸਮਾਂ ਮੈਂ ਉਹਨੂੰ ਬਦਲਣਾ ਹੈ। टाइम मैं अपने शौक ਨੂੰ ਦਬਾ ਰਹੀ ਸੀ, ਉਸ ਟਾਈਮ ਮੇਰੇ ਮਨ 'ਚ ਇਹੀ ਸੀ ਕਿ ਜਿਹੜੇ ਅੱਜ ਐਸ਼ਾ ਕਰ ਰਹੇ ਨੇ, ਜੋ ਅੱਜ ਇਹ ਸਭ ਮੈਨੂੰ ਕਰ ਰਹੇ ਨੇ, ਦਿਖਾ ਰਹੇ ਨੇ, ਜਦੋਂ ਸਭ ਠੰਡੇ ਹੋ ਕੇ ਬਹਿ ਜਾਣਗੇ ਮੈਂ ਉਦੋਂ ਉੱਠਾਂਗੀ, ਉਦੋਂ ਉੱਭਰਾਂਗੀ। 1996 ਸਨ ਦੇ ਵਿੱਚ ਪਾਪਾ ਨੇ ਕੁੜੀ ਦੇ ਜੰਮਣ ਤੇ ਬਰਫੀ ਵੰਡੀ, ਵਧਾਈਆਂ ਦਿੱਤੀਆਂ, ਮਤਲਬ ਨਰਸਾਂ ਨੂੰ ਬਹੁਤ ਜ਼ਿਆਦਾ ਖੁਸ਼ ਹੋਏ। ਤਾਂ ਮੇਰੇ ਇੱਕ ਭੂਆ ਫੁੱਫੜ ਜੀ ਸੀ ਜਿਨ੍ਹਾਂ ਨੇ ਕਿਹਾ ਕਿ ਮਤਲਬ ਸਾਡੀ ਕੁੜੀ ਨਹੀਂ ਹੈ, ਕੁੜੀ ਸਾਨੂੰ ਦੇ ਦਿਓ। ਤਾਂ ਪਾਪਾ ਨੇ ਕਿਹਾ ਨਹੀਂ, ਇਹ ਮੇਰੀ ਪਰੀ ਹੈ, ਮੈਂ ਨਹੀਂ ਦੇਵਾਂਗਾ ਕਿਸੇ ਨੂੰ। ਮੈਂ ਮਤਲਬ ਆਪਣੀ ਲਾਈਫ 'ਚ ਜੋ ਦਿਨ ਕੱਢੇ ਮੈਂ ਉਹਨੂੰ ਕਦੀ ਵੀ ਨਹੀਂ ਭੁੱਲ ਸਕਦੀ। ਕਈ ਵਾਰ ਤਾਂ ਇਦਾਂ ਹੋਇਆ ਕਿ ਮੈਂ ਚੰਡੀਗੜ੍ਹ ਹੁੰਦੀ ਸੀ, ਮੇਰੇ ਅਕਾਊਂਟ ਸਿਰਫ 500 ਰੁਪਇਆ ਹੋਣਾ, ਤਾਂ ਮਤਲਬ ਨੈਟ ਪੈਕ ਖਤਮ ਹੋ ਜਾਣਾ, ਤਾਂ ਮੈਂ ਪਾਪਾ ਨੂੰ ਨਹੀਂ ਕਹਿਣਾ ਕਿ ਪਵਾ ਦਿਓ, ਮੈਨੂੰ ਸੀਗਾ ਪਾਪਾ ਖੁਦ ਇੰਨੇ ਔਖੇ ਹੈ, ਤਾਂ ਫਿਰ ਵੀ ਮੈਂ ਉਸ 500 ਚੋਂ 300 ਖਰਚ ਕੇ 200 ਰੱਖ ਲੈਣਾ, ਤਾਂ ਖੁਦ ਪਵਾਉਣਾ। ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਮੈਂ ਕਦੀ ਆਪਣੀ ਲਾਈਫ 'ਚ ਭੁੱਲ ਨਹੀਂ ਸਕਦੀ। ਜੀ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਅੱਜ ਧੀ ਨੇ ਇੱਥੇ ਪਹੁੰਚਾਤਾ ਤੁਹਾਨੂੰ? ਲਫ਼ਜ਼ ਨਹੀਂ ਹੈਗੇ, ਮੈਂ ਬੋਲ ਕੇ ਦੱਸ ਨਹੀਂ ਸਕਦਾ। ਇਹ ਜਿਹੜੀ ਖੁਸ਼ੀ ਆ ਮੈਂ ਆਪਣੇ ਅੰਦਰੋਂ ਕਿਸੇ ਨੂੰ ਦਿਖਾ ਨਹੀਂ ਸਕਦਾ, ਸ਼ਾਇਦ ਤੁਸੀਂ ਚਿਹਰਾ ਹੀ ਪੜ੍ਹ ਸਕਦੇ ਹੋ। ਬਾਹਰ ਤਾਂ ਜ਼ਰੂਰ ਠੰਡ ਸੀ, ਪਰ ਮੇਰੇ ਅੰਦਰ ਇੰਨੀ ਤਪਸ਼ ਸੀ ਕਿ ਜਦੋਂ ਮੇਰੀ ਬੇਟੀ ਜੱਜ ਬਣ ਗਈ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਏਗਾ। ਬਸ ਅੰਦਰ ਦੀ ਉਸ ਤਪਸ਼ ਨੇ ਮੈਨੂੰ ਬਾਹਰ ਦੀ ਠੰਡ ਲੱਗਣ ਨਹੀਂ ਦਿੱਤੀ। ਤੇਰੇ ਘਰ ਵਾਲੀ ਕਿੱਥੇ ਹੋਣੀ ਸਰਦਾਰੀ ਹੈ, ਤੱਤੀ ਬਾਣਾ ਲੱਗਣ ਦਿੱਤੀ ਧੀ ਤੂੰ ਨਾਜ਼ਾ ਨਾਲ ਪਾ ਲਈ ਹੈ। ਇਹਨਾਂ ਲਫ਼ਜ਼ਾਂ ਤੋਂ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਅੱਜ ਦੀ ਕਹਾਣੀ ਸਾਡੀ ਕਿਹਨਾਂ ਤੇ ਆਧਾਰਿਤ ਹੋਵੇਗੀ। ਅੱਜ ਦੀ ਕਹਾਣੀ ਇੱਕ ਬਾਪ ਤੇ ਧੀ ਤੇ ਆਧਾਰਿਤ ਹੈ। ਬਾਪ ਤੇ ਧੀ ਦਾ ਰਿਸ਼ਤਾ ਦੁਨੀਆ ਦੇ ਵਿੱਚ ਸਭ ਤੋਂ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ। ਇੱਕ ਬਾਪ ਆਪਣੀ ਧੀ ਦੇ ਲਈ ਆਪਣੀਆਂ ਖੁਸ਼ੀਆਂ ਮਾਰ ਕੇ ਉਸ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਖਰੀਦਣ ਦੀ ਤਾਕਤ ਰੱਖਦਾ ਹੈ। ਪਰ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਬਾਪ ਤੇ ਇੱਕ ਧੀ ਦੇ ਨਾਲ ਕਰਵਾਵਾਂਗੇ ਜਿਸ ਬਾਪ ਦੇ ਵੱਲੋਂ ਆਪਣੀਆਂ ਖੁਸ਼ੀਆਂ ਮਾਰ ਕੇ ਆਪਣੀ ਧੀ ਨੂੰ ਜੱਜ ਬਣਾਇਆ ਗਿਆ। ਜੀ ਹਾਂ, ਜੱਜ ਬਣ ਚੁੱਕੇ ਨੇ ਇੱਕ ਬਾਪ ਤੇ ਧੀ, ਤੇ ਬਾਪ ਤੇ ਨੂੰ ਇਸ ਵੇਲੇ ਜੋ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਉਸ ਦਾ ਅੰਦਾਜ਼ੇ ਅਸੀਂ ਜਾਂ ਫਿਰ ਤੁਸੀਂ ਨਹੀਂ ਲਗਾ ਸਕਦੇ। ਸਾਡੇ ਨਾਲ ਜਸਮੀਤ ਜੀ ਮੌਜੂਦ ਹੈ, ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਸੋ ਪਹਿਲਾਂ ਤਾਂ ਸਵਾਗਤ ਹੈ ਮੈਮ ਤੁਹਾਡਾ ਆਵਾਮ ਮੀਡੀਆ ਤੇ। ਧੰਨਵਾਦ ਮੈਮ। ਜੀ ਮੈਮ, ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੀ ਗਰੀਬੀ ਤੋਂ ਉੱਠ ਕੇ ਅੱਜ ਜੱਜ ਬਣੇ ਹੋ। ਬਹੁਤ-ਬਹੁਤ ਧੰਨਵਾਦ ਮੈਮ ਤੁਹਾਡਾ। ਜੀ ਮੈਮ, ਕਿਵੇਂ ਦਾ ਰਿਹਾ ਸਫ਼ਰ? ਇੱਕ ਤੁਸੀਂ ਨਾਰਮਲ ਕੁੜੀ ਤੋਂ ਹੋ ਕੇ ਪੜ੍ਹਾਈ ਲਿਖਾਈ ਕੀਤੀ, ਗਰੀਬੀ ਤੋਂ ਵਿੱਚੋਂ ਉੱਠੇ ਤੇ ਅੱਜ ਜੱਜ ਬਣੇ ਹੋ। ਸਫ਼ਰ ਤਾਂ ਮੈਮ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਹੀ ਮੁਸ਼ਕਿਲਾਂ ਭਰਿਆ ਸੀਗਾ, ਪਰ ਮੈਂ ਬਚਪਨ ਵਿੱਚ ਹੀ ਇਹ ਠਾਣ ਰੱਖੀ ਸੀ, ਇਹ ਸੋਚਿਆ ਹੋਇਆ ਸੀਗਾ ਕਿ ਅਗਰ ਅੱਜ ਮੈਂ ਗਰੀਬੀ ਦੇ ਵਿੱਚ ਹਾਂ ਜਾਂ ਮੇਰੇ ਪਰਿਵਾਰ ਦੇ ਵਿੱਚ ਇਹੋ ਜਿਹਾ ਸਮਾਂ ਮੈਂ ਉਹਨੂੰ ਬਦਲਣਾ ਹੈ। ਅਤੇ ਮੈਂ ਹੀ ਮਤਲਬ ਇੱਕ ਇੱਦਾਂ ਦਾ ਕੋਈ ਕੰਮ ਕਰਾਂ ਜਿਸ ਨਾਲ ਮੇਰੇ ਮੰਮੀ ਪਾਪਾ ਨੂੰ ਪ੍ਰਾਊਡ ਫੀਲ ਹੋਵੇ ਅਤੇ ਮੇਰੇ ਕਰਕੇ ਉਹਨਾਂ ਦੀ ਕਿਸਮਤ ਵੀ ਜਿਹੜੀ ਹੈ ਉਹ ਬਦਲ ਜਾਵੇ। ਸੋ ਉਹਦੇ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ, ਅਤੇ ਇਹ ਮੰਮੀ ਪਾਪਾ ਦੀ ਸਪੋਰਟ ਤੋਂ ਬਿਨਾਂ, ਫੈਮਿਲੀ ਦੀ ਸਪੋਰਟ ਤੋਂ ਬਿਨਾਂ ਬਹੁਤ ਜ਼ਿਆਦਾ ਮੁਸ਼ਕਿਲ ਸੀ, ਮੈਂ ਕਰ ਹੀ ਨਹੀਂ ਸਕਦੀ ਸੀ। ਸਭ ਤੋਂ ਵੱਧ ਕਿਹਨਾਂ ਦਾ ਸਪੋਰਟ ਰਿਹਾ ਲਾਈਫ ਦੇ ਵਿੱਚ? ਅਗਰ ਜਿਵੇਂ ਹਰ ਇੱਕ ਸਾਡੇ ਸਰੀਰ ਦੇ ਵਿੱਚ ਹਰ ਅੰਗ ਜ਼ਰੂਰੀ ਹੈ, ਇਸੇ ਤਰ੍ਹਾਂ ਅਗਰ ਵਿੱਚ ਇੱਕ ਵੀ ਬੰਦਾ ਨਾ ਹੁੰਦਾ ਜਿਨ੍ਹਾਂ ਨੇ ਮੇਰਾ ਸਪੋਰਟ ਕੀਤਾ ਤਾਂ ਮੈਂ ਅੱਜ ਇਸ ਮੁਕਾਮ ਤੱਕ ਨਾ ਪਹੁੰਚ ਪਾਉਂਦੀ। ਸਭ ਤੋਂ ਵੱਧ ਜਿਹੜਾ ਸਪੋਰਟ ਰਿਹਾ ਉਹ ਮੇਰੇ ਪਾਪਾ ਦਾ ਰਿਹਾ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਸਭ ਤੋਂ ਪਹਿਲੀ ਗੱਲ ਮੈਨੂੰ ਪ੍ਰੇਰਿਤ ਕੀਤਾ। ਅਗਰ ਉਸ ਟਾਈਮ ਉਹ ਮੇਰੇ ਅੰਦਰ ਉਹ ਚਿੰਗਾਰੀ ਨਾ ਜਗਾਉਂਦੇ ਕੁਝ ਕਰਨ ਦੀ, ਉੱਚੀ ਮੰਜ਼ਿਲ ਤੱਕ ਪਹੁੰਚਣ ਦੀ, ਤਾਂ ਮੈਨੂੰ ਕਦੀ ਵੀ ਮਤਲਬ ਮੇਰੇ 'ਤੇ ਪ੍ਰਭਾਵ ਹੀ ਨਹੀਂ ਪੈਣਾ ਸੀ, ਕੁਝ ਕਰਨ ਦਾ ਮੇਰੇ ਅੰਦਰ ਆਉਣਾ ਹੀ ਨਹੀਂ ਸੀ, ਜਜ਼ਬਾ ਹੀ ਨਹੀਂ ਜਾਗਣਾ ਸੀਗਾ। ਦੂਸਰੀ ਗੱਲ, ਮੇਰੇ ਮੰਮਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਤਲਬ ਪਾਠ ਕੀਤਾ, ਬਹੁਤ ਪਰਮਾਤਮਾ ਨੂੰ ਬਹੁਤ ਜ਼ਿਆਦਾ ਮੰਨਦੇ ਨੇ, ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਹੈ। ਮੇਰੀ ਸਿਸਟਰ ਤਾਂ ਹੋਰ ਮਤਲਬ ਮੇਰੇ ਟੀਚਰਸ ਜਿਨ੍ਹਾਂ ਤੋਂ ਮੈਂ ਕੋਚਿੰਗ ਲਈ, ਜਾਂ ਫਿਰ ਮੇਰੇ ਸਕੂਲ ਕਾਲਜ ਦੇ ਟੀਚਰਸ, ਸਭ ਨੇ ਬਹੁਤ ਸਪੋਰਟ ਕੀਤਾ। ਮੈਮ, ਜਿਵੇਂ ਅਸੀਂ ਆਫ ਕੈਮਰਾ ਗੱਲ ਕਰ ਰਹੇ ਸੀ, ਬਹੁਤ ਗਰੀਬੀ ਦੇ ਵਿੱਚ ਜੀਵਨ ਤੁਹਾਡਾ ਬਤੀਤ ਹੋਇਆ, ਅਤੇ ਕਦੇ ਤੁਸੀਂ ਨਹੀਂ ਸੋਚਿਆ ਕਿ ਜਿੱਦਾਂ ਹੋਰਾਂ ਲੜਕੀਆਂ ਸੱਜਦੀਆਂ ਨੇ, ਤੱਜਦੀਆਂ ਨੇ, ਨਵੇਂ-ਨਵੇਂ ਕੱਪੜੇ ਪਾਉਂਦੀਆਂ ਨੇ, ਕਿੰਨੇ ਕੁ ਚਾਅ ਤੁਸੀਂ ਆਪਣੇ ਇਸ ਮੰਜ਼ਿਲ ਨੂੰ ਹਾਸਲ ਕਰਨ ਦੇ ਲਈ ਮਾਰੇ ਨੇ?
ਚਾਅ ਤਾਂ ਬਹੁਤ ਜ਼ਿਆਦਾ ਮਾਰਨੇ ਪਏ, ਜਿਵੇਂ ਮੈਂ ਆਪਣੀ ਇੱਕ ਪੋਇਮ 'ਚ ਵੀ ਦੱਸਿਆ ਸੀਗਾ। ਪਰ ਜਿਸ ਟਾਈਮ ਮੈਂ ਆਪਣੇ ਸ਼ੌਂਕ ਨੂੰ ਦਬਾ ਰਹੀ ਸੀ, ਉਸ ਟਾਈਮ ਮੇਰੇ ਮਨ 'ਚ ਇਹੀ ਸੀ ਕਿ ਜਿਹੜੇ ਅੱਜ ਐਸ਼ਾ ਕਰ ਰਹੇ ਨੇ, ਜੋ ਅੱਜ ਇਹ ਸਭ ਮੈਨੂੰ ਕਰ ਰਹੇ ਨੇ, ਦਿਖਾ ਰਹੇ ਨੇ, ਜਦੋਂ ਸਭ ਠੰਡੇ ਹੋ ਕੇ ਬਹਿ ਜਾਣਗੇ ਮੈਂ ਉਦੋਂ ਉੱਠਾਂਗੀ, ਉਦੋਂ ਉੱਭਰਾਂਗੀ ਤੇ ਮੈਨੂੰ ਸਭ ਲੋਕ ਜਾਣਨਗੇ। ਜਦੋਂ ਮੈਂ ਆਪਣੇ ਪਿੰਡ ਵਿੱਚ ਕਿਤੇ ਵੀ ਬਾਹਰ ਜਾਵਾਂਗੀ ਤਾਂ ਸਭ ਮੈਨੂੰ ਆਵਾਜ਼ਾਂ ਮਾਰ ਕੇ ਬੁਲਾਉਣਗੇ। ਤੇ ਅੱਜ ਇਹ ਸਭ ਕੁਝ ਹੋ ਰਿਹਾ, ਕੱਲ ਦੀਵਾਲੀ ਸੀਗੀ ਤਾਂ ਮੈਂ ਬਾਹਰ ਗਈ ਆਪਣੇ ਪੇਰੈਂਟਸ ਨਾਲ ਤਾਂ ਸਭ ਨੇ ਵਧਾਈਆਂ ਦਿੱਤੀਆਂ। ਉਹ ਮੇਰੇ ਲਈ ਇੰਨਾ ਵਧੀਆ ਮੂਮੈਂਟ ਸੀ ਤੇ ਮੈਂ ਸੋਚਿਆ ਜਿਸ ਦੇ ਲਈ ਮੈਂ ਆਪਣੇ ਸ਼ੌਂਕ ਦਬਾਏ ਸੀ, ਵਾਕਈ ਉਹ ਮੂਮੈਂਟ ਅੱਜ ਆ ਗਿਆ ਹੈ ਤਾਂ ਮੈਨੂੰ ਕੋਈ ਦੁੱਖ ਨਹੀਂ ਉਸ ਟਾਈਮ ਅਗਰ ਮੈਂ ਆਪਣੇ ਸ਼ੌਂਕ ਮਾਰੇ। ਜੀ। ਤੇ ਮੈਮ ਜਿਹੜੇ ਉਸ ਟਾਈਮ ਤੇ ਗੱਲਾਂ ਕਰਦੇ ਸੀਗੇ ਤੇ ਅੱਜ ਉਹਨਾਂ ਦਾ ਕੀ ਰਿਐਕਸ਼ਨ ਹੈ ਜਦੋਂ ਤੁਸੀਂ ਅੱਜ ਜੱਜ ਬਣ ਚੁੱਕੇ ਹੋ, ਵੱਡੀ ਤੁਸੀਂ ਮੁਕਾਮ ਹਾਸਲ ਕੀਤਾ ਵਾ, ਕਿੰਨੇ ਕੁ ਲੋਕਾਂ ਦੇ ਮੂੰਹ ਬੰਦ ਕਰਤੇ ਹੁਣ ਤੱਕ ਤੁਸੀਂ? ਦੇਖੋ, ਜਿਹੜੇ ਗੱਲਾਂ ਕਰਦੇ ਆ ਉਹ ਮੂੰਹ ਤੇ ਆ ਕੇ ਤਾਂ ਇੰਨੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਕਰਦੇ ਆ, ਬਟ ਕਿਤੇ ਨਾ ਕਿਤੇ ਸਾਨੂੰ ਪਤਾ ਤਾਂ ਲੱਗ ਹੀ ਜਾਂਦਾ ਹੈ। ਸੋ ਮਤਲਬ ਮੈਂ ਜੋ ਅੱਜ ਹਾਸਿਲ ਕੀਤਾ, ਮੈਨੂੰ ਲੱਗਦਾ ਅੱਜ ਸਾਰੇ ਲੋਕ ਮੇਰੇ ਨਾਲ ਹੈ, ਉਹ ਇਹੀ ਜਤਾ ਰਹੇ ਹੈ ਕਿ ਆਪਾਂ ਤਾਂ ਸ਼ੁਰੂ ਤੋਂ ਹੀ ਬਹੁਤ ਚਾਹੁੰਦੇ ਸੀ, ਅਸੀਂ ਤੇਰੇ ਲਈ ਬਹੁਤ ਅਰਦਾਸਾਂ ਕੀਤੀਆਂ। ਸੋ ਸਭ ਤੋਂ ਜ਼ਿਆਦਾ ਜਿਹੜੇ ਮੇਰੇ ਪਾਪਾ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਗੱਲਾਂ ਸੁਣਨੀਆਂ ਪਈਆਂ ਸਮਾਜ ਦੀਆਂ, ਸੁਸਾਇਟੀ ਦੀਆਂ, ਕਿ ਇਹ ਤਾਂ ਐਵੇਂ ਕੁੜੀ ਨੂੰ ਪੜ੍ਹਾਈ ਜਾ ਰਿਹਾ, ਵਿਆਹ ਕੇ ਤੋੜ ਦੇਣਾ ਚਾਹੀਦਾ ਹੈ। ਤਾਂ ਮੇਰੇ ਖਿਆਲ ਨਾਲ ਇਹ ਇੰਡਾਇਰੈਕਟਲੀ ਉਹਨਾਂ ਲੋਕਾਂ ਦੀ ਸੋਚ ਦੇ ਉੱਤੇ ਚਪੇੜ ਹੈ, ਕਿਉਂਕਿ ਅਗਰ ਅੱਜ ਮੈਂ ਕੁਝ ਕਰ ਪਾਈ ਹਾਂ, ਇਹਦੇ ਨਾਲ ਸਿਰਫ ਮੈਂ ਹੀ ਨਹੀਂ, ਉਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਦੀਆਂ ਜਿਹੜੀਆਂ ਕੁੜੀਆਂ ਨੇ, ਜੋ ਜਿਨ੍ਹਾਂ ਦੇ ਅੰਦਰ ਜਜ਼ਬਾ ਹੈ ਕੁਝ ਕਰਨ ਦਾ, ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲੀ ਹੈ। ਸੋ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਅਗਰ ਮੈਨੂੰ ਦੇਖ ਕੇ ਕੋਈ ਹੋਰ ਮਿਹਨਤ ਕਰਕੇ ਉੱਚੇ ਮੁਕਾਮ ਤੱਕ ਪਹੁੰਚ ਸਕੇ। ਜੀ। ਤੇ ਮੈਮ ਤੁਹਾਡੇ ਫਾਦਰ ਸਾਹਿਬ ਨੇ ਸਭ ਤੋਂ ਵੱਧ ਤੁਹਾਨੂੰ ਸਪੋਰਟ ਕੀਤਾ, ਉਹਨਾਂ ਦੀ ਬਦੌਲਤ ਅੱਜ ਤੁਸੀਂ ਇੱਥੇ ਪਹੁੰਚੇ ਹੋ। ਪਾਪਾ ਦਾ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਰੋਲ ਰਿਹਾ, ਕਿਹੋ ਜਿਹੀਆਂ ਚੀਜ਼ਾਂ ਤੁਸੀਂ ਉਹਨਾਂ ਦੇ ਲਈ ਕਰਦੇ ਹੋ? ਜਿਵੇਂ ਮੈਂ ਸਭ ਤੋਂ ਪਹਿਲਾਂ ਦੱਸਾਂ ਕਿ ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੇਰੇ ਮੰਮਾ ਇੰਨੇ ਜ਼ਿਆਦਾ ਉਸ ਟਾਈਮ ਖੁਸ਼ ਨਹੀਂ ਸੀ, ਭਾਵੇਂ ਹੁਣ ਮੇਰਾ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ। ਸੋ ਉਸ ਟਾਈਮ ਤੇ ਉਸ 1996 ਸਨ ਦੇ ਵਿੱਚ ਪਾਪਾ ਨੇ ਕੁੜੀ ਦੇ ਜੰਮਣ ਤੇ ਬਰਫੀ ਵੰਡੀ, ਵਧਾਈਆਂ ਦਿੱਤੀਆਂ, ਮਤਲਬ ਨਰਸਾਂ ਨੂੰ ਬਹੁਤ ਜ਼ਿਆਦਾ ਖੁਸ਼ ਹੋਏ। ਤਾਂ ਮੇਰੇ ਇੱਕ ਭੂਆ ਫੁੱਫੜ ਜੀ ਸੀ ਜਿਨ੍ਹਾਂ ਨੇ ਕਿਹਾ ਕਿ ਮਤਲਬ ਸਾਡੀ ਕੁੜੀ ਨਹੀਂ ਹੈ, ਕੁੜੀ ਸਾਨੂੰ ਦੇ ਦਿਓ। ਤਾਂ ਪਾਪਾ ਨੇ ਕਿਹਾ ਨਹੀਂ, ਇਹ ਮੇਰੀ ਪਰੀ ਹੈ, ਮੈਂ ਨਹੀਂ ਦੇਵਾਂਗਾ ਕਿਸੇ ਨੂੰ। ਸੋ ਉੱਥੋਂ ਹੀ ਪਤਾ ਲੱਗਦਾ ਹੈ ਕਿ ਪਾਪਾ ਦਾ ਮੇਰੇ ਨਾਲ ਜੰਮਣ ਤੋਂ ਹੀ ਇੰਨਾ ਜ਼ਿਆਦਾ ਪਿਆਰ ਸੀਗਾ। ਤਾਂ ਉਹਨਾਂ ਨੇ ਮਤਲਬ ਉਹ ਹਰ ਪੋਸੀਬਲ ਕੋਸ਼ਿਸ਼ ਕੀਤੀ ਜੋ ਕਰਨੀ ਚਾਹੀਦੀ ਸੀ ਇੱਕ ਪਿਓ ਨੂੰ। ਤਾਂ ਉਸ ਤੋਂ ਇਲਾਵਾ ਜਦੋਂ ਮੈਂ ਵੱਡੀ ਹੋਈ, ਮੈਂ ਬਹੁਤ ਸ਼ਰਾਰਤੀ ਸੀ, ਇੰਨਾ ਮਤਲਬ ਜ਼ਿੱਦੀ ਵੀ ਸੀ, ਜੇ ਮੈਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਅੱਜ ਹੀ ਚਾਹੀਦੀ ਹੈ, ਉਹ ਮੇਰਾ ਬਚਪਨ ਸੀ। ਪਰ ਵੱਡੇ ਹੋ ਕੇ ਜਿੱਦਾਂ ਜਿੱਦਾਂ ਮੈਨੂੰ ਦੁਨੀਆਦਾਰੀ ਦੀ ਸਮਝ ਲੱਗਦੀ ਰਹੀ, ਮੈਂ ਪਾਪਾ ਦਾ ਹੱਥ ਤੰਗ ਦੇਖਿਆ ਤਾਂ ਮੈਂ ਆਪ ਹੀ ਜ਼ਿੱਦਾਂ ਕਰਨੀਆਂ ਬੰਦ ਕਰ ਦਿੱਤੀਆਂ। ਤਾਂ ਮੇਰੇ ਅੰਦਰ ਆ ਗਿਆ ਕਿ ਨਹੀਂ, ਕੁਝ ਕਰਨਾ ਹੈ। ਤਾਂ ਪਾਪਾ ਨੇ ਜਦੋਂ ਮੈਨੂੰ ਲਾਅ ਕਰਨ ਦੇ ਲਈ ਪ੍ਰੇਰਿਤ ਕੀਤਾ ਕਿ ਪੁੱਤਰ ਤੂੰ LLB ਕਰ, ਵਕਾਲਤ ਕਰ, ਤੇ ਉਸ ਤੋਂ ਬਾਅਦ ਆਪਾਂ ਜੱਜ ਬਣਨਾ, ਜੱਜ ਦੀ ਕੁਰਸੀ ਤੇ ਬਹਿਣਾ, ਕਿਉਂਕਿ ਮੇਰੀ ਦਾਦੀ ਨੇ ਵੀ ਕਿਹਾ ਸੀਗਾ ਕਿ ਇਹਨੂੰ ਤਾਂ ਆਪਾਂ ਜੱਜ ਬਣਾਉਣਾ ਹੈ। ਜਿਵੇਂ ਮੈਂ ਮਤਲਬ ਜਿੱਦਾਂ ਦਾ ਮੇਰਾ ਦਿਮਾਗ ਉਹਨਾਂ ਨੂੰ ਲੱਗਦਾ ਸੀਗਾ ਕਿ ਇਹਦਾ ਮਾਈਂਡ ਬਹੁਤ ਸ਼ਾਰਪ ਆ। ਸੋ ਉਦੋਂ ਫਿਰ ਜਦੋਂ ਪਾਪਾ ਨੇ ਮੈਨੂੰ ਸਿਰਫ ਪ੍ਰੇਰਿਤ ਹੀ ਨਹੀਂ ਕੀਤਾ, ਜਿੰਨੀ ਹੈਲਪ ਮੈਨੂੰ ਜਿੱਥੇ ਜਿੱਥੇ ਪਾਪਾ ਦੀ ਚਾਹੀਦੀ ਸੀ ਉਸ ਟਾਈਮ ਮੇਰੇ ਨਾਲ ਉਹਨਾਂ ਦੀ ਸਪੋਰਟ ਰਹੀ। ਹੁਣ ਦੇਖੋ, ਮੇਰਾ ਕਾਲਜ 17 ਕਿਲੋਮੀਟਰ ਸੀਗਾ, ਮੈਨੂੰ ਡੇਲੀ ਠੰਡ ਦੇ ਵਿੱਚ ਦਸੰਬਰ ਜਨਵਰੀ ਦੇ ਮਹੀਨੇ ਵਿੱਚ ਕਾਲਜ ਛੱਡਣ ਜਾਣਾ, ਉਹ ਵੀ ਮਤਲਬ ਸੌਖਾ ਨਹੀਂ ਹੁੰਦਾ। ਸੋ ਮਤਲਬ ਇੱਦਾਂ ਦਾ ਉਹਨਾਂ ਦਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਰਿਹਾ ਆ। ਤੇ ਅਗਰ ਗੱਲ ਕਰੀਏ ਜਦੋਂ ਮੈਂ ਕੋਚਿੰਗ ਲਈ, ਮਤਲਬ ਫ੍ਰੀ ਕੋਚਿੰਗ ਮੈਨੂੰ ਮਿਲੀ ਚੰਡੀਗੜ੍ਹ ਤੋਂ, ਉੱਥੇ ਵੀ ਪਾਪਾ ਮੈਨੂੰ ਨਾਲ ਲੈ ਜਾ ਕੇ ਜਾਂਦੇ ਰਹੇ, ਆਉਂਦੇ ਰਹੇ, ਭਾਵੇਂ ਉਹਨਾਂ 'ਚ ਹਿੰਮਤ ਹੈ ਨਹੀਂ ਹੈ, ਉਹਨਾਂ ਨੇ ਕਦੀ ਇਹ ਚੀਜ਼ ਸ਼ੋਅ ਨਹੀਂ ਕੀਤੀ, ਮਤਲਬ ਹਮੇਸ਼ਾ ਨਾਲ ਖੜੇ ਰਹੇ। ਤੇ ਮੈਮ ਇਹੋ ਜਿਹੀ ਕਿਹੜੀ ਗੱਲ ਨੇ ਤੁਹਾਨੂੰ ਰਵਾ ਦਿੱਤਾ, ਤੁਹਾਡੇ ਫਾਦਰ ਸਾਹਿਬ ਦੇ ਕਿਹੜੇ ਕੰਮ ਨੇ ਤੁਹਾਡੀਆਂ ਅੱਖਾਂ ਭਰ ਦਿੱਤੀਆਂ? ਇੱਦਾਂ ਦਾ ਹੁਣ ਕੋਈ ਇੱਕ ਇੰਸੀਡੈਂਟ ਤਾਂ ਹੈ ਨਹੀਂ, ਬਹੁਤ ਜ਼ਿਆਦਾ ਇੰਸੀਡੈਂਟਸ ਨੇ। ਅਗਰ ਮੈਂ ਗੱਲ ਕਰਾਂ, ਸੈਕਰੀਫਾਈਸ ਕੋਈ ਯਾਦ ਹੈ ਤੁਹਾਨੂੰ ਕਿ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ, ਇਹ ਚੀਜ਼ ਇੱਦਾਂ ਨਹੀਂ ਹੋਣੀ ਚਾਹੀਦੀ ਸੀਗੀ, ਕਿਉਂ ਮੇਰੇ ਪਾਪਾ ਨੇ ਇਹ ਕੀਤਾ? ਸੈਕਰੀਫਾਈਸ ਦੀ ਅਗਰ ਮੈਂ ਗੱਲ ਕਰਾਂ ਤਾਂ ਜੂਨ ਜੁਲਾਈ ਦੇ ਜਿਵੇਂ ਗਰਮੀ ਦੇ ਦਿਨ ਹੁੰਦੇ ਹੈ, ਤਾਂ ਪਾਪਾ ਕੋਲ ਮਤਲਬ ਉਦੋਂ ਸ਼ੋਪ ਨਹੀਂ ਵੀ ਸੀ, ਕੋਈ ਕੰਮ ਵੀ ਨਹੀਂ ਸੀ, ਤਾਂ ਉਹ ਗਰਮੀ ਵਿੱਚ ਫੇਰੀ ਲਗਾਉਂਦੇ ਸੀ, ਕੰਬਲ ਵੇਚਦੇ ਸੀ। ਕਈ ਵਾਰ ਉੱਥੇ ਬੋਣੀ ਵੀ ਨਹੀਂ ਹੁੰਦੀ ਸੀ, ਤਾਂ ਜਦੋਂ ਘਰ ਆ ਕੇ ਉਹਨਾਂ ਨੇ ਕਹਿਣਾ ਤਾਂ ਉਦੋਂ ਮੈਨੂੰ ਹੋਰ ਜ਼ਿਆਦਾ ਮੋਟੀਵੇਸ਼ਨ ਮਿਲਦੀ ਸੀ। ਤਾਂ ਮਤਲਬ ਉਹ ਇੱਦਾਂ ਦੇ ਦਿਨ ਸੀ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਕਿ ਨਹੀਂ, ਜਦੋਂ ਤੱਕ ਮੈਂ ਕੁਝ ਕਰ ਨਹੀਂ ਲੈਂਦੀ, ਕੁਰਸੀ 'ਤੇ ਨਹੀਂ ਬਹਿ ਜਾਂਦੀ, ਉਦੋਂ ਤੱਕ ਮੈਂ ਨਹੀਂ ਮਤਲਬ ਟਿਕ ਕੇ ਬਹਿਣਾ। ਸੋ ਮੈਂ ਮਿਹਨਤ ਕਰਦੀ ਗਈ ਉਹਨਾਂ ਚੀਜ਼ਾਂ ਨੂੰ ਦੇਖ ਕੇ। ਤੇ ਅੱਜ ਵੀ ਉਸ ਦਿਨ ਨੂੰ ਤੁਸੀਂ ਯਾਦ ਕਰਦੇ ਹੋ, ਅੱਖਾਂ ਭਰ ਆਉਂਦੀਆਂ ਤੁਹਾਡੀਆਂ? ਮੈਂ ਮਤਲਬ ਆਪਣੀ ਲਾਈਫ 'ਚ ਜੋ ਦਿਨ ਕੱਢੇ ਮੈਂ ਉਹਨੂੰ ਕਦੀ ਵੀ ਨਹੀਂ ਭੁੱਲ ਸਕਦੀ। ਕਈ ਵਾਰ ਤਾਂ ਇੱਦਾਂ ਹੋਇਆ ਕਿ ਮੈਂ ਚੰਡੀਗੜ੍ਹ ਹੁੰਦੀ ਸੀ, ਮੇਰੇ ਅਕਾਊਂਟ ਸਿਰਫ 500 ਰੁਪਈਆ ਹੋਣਾ, ਤਾਂ ਮਤਲਬ ਨੈਟ ਪੈਕ ਖਤਮ ਹੋ ਜਾਣਾ, ਤਾਂ ਮੈਂ ਪਾਪਾ ਨੂੰ ਨਹੀਂ ਕਹਿਣਾ ਕਿ ਪਵਾ ਦਿਓ, ਮੈਨੂੰ ਸੀਗਾ ਪਾਪਾ ਖੁਦ ਇੰਨੇ ਔਖੇ ਹੈ, ਤਾਂ ਫਿਰ ਵੀ ਮੈਂ ਉਸ 500 'ਚੋਂ 300 ਖਰਚ ਕੇ 200 ਰੱਖ ਲੈਣਾ, ਤਾਂ ਖੁਦ ਪਵਾਉਣਾ। ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਮੈਂ ਕਦੀ ਆਪਣੀ ਲਾਈਫ 'ਚ ਭੁੱਲ ਨਹੀਂ ਸਕਦੀ, ਕਿਉਂਕਿ ਅਗਰ ਮੈਂ ਉਹ ਭੁੱਲ ਗਈ ਤਾਂ ਇਹਦਾ ਮਤਲਬ ਕਿ ਮੇਰੇ 'ਚ ਪ੍ਰਾਊਡ ਆ ਗਿਆ ਜਾਂ ਮੇਰੇ 'ਚ ਹਉਮੈ ਆ ਗਈ। ਸੋ ਉਹ ਚੀਜ਼ਾਂ ਹਮੇਸ਼ਾ ਯਾਦ ਰਹਿਣਗੀਆਂ ਤਾਂ ਕਿ ਮੈਂ ਆਉਣ ਵਾਲੀ ਜ਼ਿੰਦਗੀ 'ਚ ਵੀ ਕਦੀ ਆਪਣੇ ਰਾਹ ਤੋਂ ਭਟਕਾਣਾ। ਜੀ।
ਤੇ ਮੈਮ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਦਾ ਸਭ ਤੋਂ ਵੱਡਾ ਰੋਲ ਰਿਹਾ। ਸਾਡੇ ਦਰਸ਼ਕ ਵੀ ਦੇਖਣ ਨੂੰ ਉਤਸੁਕ ਹੋਣਗੇ ਕਿ ਕੌਣ ਹੈ ਇਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਇੰਨਾ ਸਟਰਗਲ ਕਰਕੇ ਆਪਣੀ ਬੇਟੀ ਨੂੰ ਇੱਥੇ ਪਹੁੰਚਾਇਆ। ਸੋ ਉਹਨਾਂ ਨੂੰ ਵੀ ਬੁਲਾਓ। ਹਾਂਜੀ ਮੈਮ ਸ਼ੋਰ। ਅੰਕਲ ਜੀ ਪਹਿਲਾਂ ਤੇ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਤੁਹਾਨੂੰ ਬੇਟੇ ਤੁਹਾਨੂੰ ਮੁਬਾਰਕਾਂ। ਜੀ ਅੰਕਲ ਜੀ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਅੱਜ ਧੀ ਨੇ ਇੱਥੇ ਪਹੁੰਚਾਤਾ ਤੁਹਾਨੂੰ? ਲਫ਼ਜ਼ ਨਹੀਂ ਹੈਗੇ, ਮੈਂ ਬੋਲ ਕੇ ਦੱਸ ਨਹੀਂ ਸਕਦਾ। ਇਹ ਜਿਹੜੀ ਖੁਸ਼ੀ ਆ ਮੈਂ ਆਪਣੇ ਅੰਦਰੋਂ ਕਿਸੇ ਨੂੰ ਦਿਖਾ ਨਹੀਂ ਸਕਦਾ। ਸ਼ਾਇਦ ਤੁਸੀਂ ਚਿਹਰਾ ਹੀ ਪੜ੍ਹ ਸਕਦੇ ਹੋ, ਤੁਹਾਨੂੰ ਅੱਖਾਂ ਵੀ ਭਰੀਆਂ ਹੋਈਆਂ ਇਸ ਟਾਈਮ ਤੇ। ਬਿਲਕੁਲ ਇਹ ਬੇਟੀ ਦੀ ਮਿਹਨਤ ਤੇ ਗੁਰੂ ਮਹਾਰਾਜ ਦੀ ਕਿਰਪਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਕਿਉਂਕਿ ਅਸੀਂ ਹਰ ਮਹੀਨੇ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਔਰ ਹਮੇਸ਼ਾ ਇਹੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਮਿਹਨਤ ਮੇਰੀ ਬੇਟੀ ਨੇ ਕਰਨੀ ਹੈ ਪਰ ਕਿਰਪਾ ਤੁਹਾਡੀ ਹੋਣੀ ਹੈ। ਤੁਸੀਂ ਕਿਰਪਾ ਕਰੋ, ਸਾਨੂੰ ਗਰੀਬਾਂ ਨੂੰ ਇਹ ਮਾਣ ਬਖਸ਼ੋ, ਕਿਉਂਕਿ ਧੰਨ ਗੁਰੂ ਰਾਮਦਾਸ ਜੀ ਦੀ ਵੀ ਇਹੀ ਸਟੋਰੀ ਹੈ। ਉਹ ਬਹੁਤ ਹੀ ਗਰੀਬੀ ਚੋਂ ਉੱਠ ਕੇ ਇੱਕ ਗੁਰੂ ਬਣੇ ਸਨ, ਜਿਨ੍ਹਾਂ ਦੇ ਸਿਰ ਤੇ ਕੋਈ ਸਾਇਆ ਨਹੀਂ ਸੀਗਾ ਮਾਤਾ ਪਿਤਾ ਦਾ, ਇਸ ਕਰਕੇ ਉਹ ਸਭ ਤੇ ਰਹਿਮਤਾਂ ਕਰਦੇ ਆ। ਮੈਂ ਤਾਂ ਇਹੀ ਕਹਾਂਗਾ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਔਰ ਆਪਣੀ ਮਿਹਨਤ ਦੇ ਨਾਲ ਹੀ ਇਹ ਬੇਟੀ ਨੇ ਇਹ ਮੁਕਾਮ ਹਾਸਲ ਕੀਤਾ ਹੈ। ਜੀ ਸਰ, ਗਰੀਬੀ ਦੇ ਵਿੱਚ ਤੁਸੀਂ ਜੀਵਨ ਬਤੀਤ ਕਰ ਰਹੇ ਹੋ ਤੇ ਧੀ ਨੇ ਅੱਜ ਜੱਜ ਬਣ ਕੇ ਤੁਹਾਡਾ ਨਾਮ ਰੌਸ਼ਨ ਕਰ ਦਿੱਤਾ। ਜੀਵਨ ਦੇ ਵਿੱਚ ਜੋ ਸਟਰਗਲ ਕੀਤਾ ਬੇਟੀ ਦੇ ਲਈ, ਉਸ ਦਾ ਥੋੜਾ ਜਿਹਾ ਮਤਲਬ ਹਿੱਸਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝਾ ਕਰੋ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਪਰਮਾਤਮਾ ਨੇ ਹਰ ਸਮੇਂ ਸਾਥ ਦਿੱਤਾ ਹੈ। ਕੋਈ ਨਾ ਕੋਈ ਫਰਿਸ਼ਤਾ ਐਸਾ ਆ ਜਾਂਦਾ ਸੀਗਾ ਜਿਹੜੀ ਸਾਡੀ ਜੇ ਮੁਸ਼ਕਲਾਂ ਆਉਂਦੀਆਂ ਸੀ ਪਰ ਹੱਲ ਹੋ ਜਾਂਦੀਆਂ ਸੀਗੀਆਂ। ਕਦੀ ਕਿਸੇ ਨੇ ਸਪੋਰਟ ਕਰ ਦੇਣੀ, ਕਦੀ ਜਿੱਦਾਂ ਮੇਰੇ ਭਤੀਜੇ ਆ ਉਹਨਾਂ ਨੇ ਸਪੋਰਟ ਕਰ ਦੇਣੀ, ਫਿਰ ਬੇਟੀ ਵਿਆਹੀ ਏ ਕਦੀ ਉਹਨੇ ਵੀ ਖਰਚਾ ਭੇਜ ਦੇਣਾ, ਕਦੀ ਉਹਦੇ ਮਾਮਾ ਜੀ ਨੇ ਥੋੜ੍ਹੇ ਬਹੁਤੇ ਪੈਸੇ ਭੇਜ ਦੇਣੇ। ਇਸੇ ਤਰ੍ਹਾਂ ਰਲ ਮਿਲ ਕੇ ਸਮਾਂ ਕੱਢਦੇ ਰਹੇ ਆ। ਕਈ ਵਾਰੀ ਮਿਹਨਤ ਜ਼ਿਆਦਾ ਕਰ ਲੈਣੀ, ਬੈੱਡ ਸ਼ੀਟਸ ਵੇਚਣੀਆਂ, ਕੰਬਲ ਵੇਚਣੇ, ਕੋਈ ਨਾ ਕੋਈ ਚੀਜ਼ ਜਿਹਦਾ ਵੀ ਸੀਜ਼ਨ ਆ ਉਹ ਚੀਜ਼ ਲੈ ਕੇ ਫੇਰੀ ਕਰਨ ਚਲੇ ਜਾਣਾ। ਔਰ ਕਈ ਵਾਰੀ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ, ਫਿਰ ਵੀ ਕਹਿਣਾ ਕੋਈ ਗੱਲ ਨਹੀਂ, ਉਹ ਮਾਲਕ ਤੇ ਭਰੋਸਾ ਸੀਗਾ, ਉਹ ਸਮਾਂ ਨਿਕਲ ਗਿਆ। ਸੋ ਹੁਣ ਉਹ ਆਪਾਂ ਸਭ ਨੂੰ ਉਹ ਪਿੱਛੇ ਆ ਸਮਾਂ, ਇਸ ਟਾਈਮ ਪਰਮਾਤਮਾ ਨੇ ਖੁਸ਼ੀ ਦਿੱਤੀ ਹੈ, ਠੀਕ ਹੈ ਬਸ। ਜੀ ਤੇ ਸਰ, ਜਦੋਂ ਰਿਜ਼ਲਟ ਆਇਆ ਪਤਾ ਚੱਲਿਆ ਕਿ ਬੇਟੀ ਨੇ ਜੋ ਪੇਪਰ ਦਿੱਤੇ ਸੀ ਉਹ ਕਲੀਅਰ ਹੋ ਗਏ ਤੇ ਜੱਜ ਹੁਣ ਬਣ ਚੁੱਕੇ ਨੇ, ਤੇ ਉਸ ਟਾਈਮ ਤੇ ਇੱਕ ਬਾਪ ਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ? ਉਸ ਟਾਈਮ ਖੁਸ਼ੀ ਜਿਹੜੀ ਮੈਂ ਤੁਹਾਨੂੰ ਜਿੱਦਾਂ ਕਿ ਦੱਸਿਆ ਮੈਂ ਨਹੀਂ ਦੱਸ ਸਕਦਾ ਕਿ ਮੇਰੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਸਨ। ਮੈਂ ਬੇਟੀ ਨੂੰ ਘੁੱਟ ਕੇ ਗੱਲ ਨਾਲ ਲਾਇਆ, ਮੱਥਾ ਚੁੰਮਿਆ ਔਰ ਕਿਹਾ ਪੁੱਤਰ ਅੱਜ ਤੂੰ ਉਹ ਸਾਰਿਆਂ ਦਾ ਮੁੱਲ ਮੋੜ ਦਿੱਤਾ ਹੈ, ਜਿਹੜੀਆਂ ਮੈਂ ਮਿਹਨਤਾਂ ਕੀਤੀਆਂ ਹੈ, ਮੇਰੀਆਂ ਸਾਰੀਆਂ ਥਕਾਵਟਾਂ ਲੱਥ ਗਈਆਂ ਹੈ, ਮੈਨੂੰ ਕਿਸੇ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ, ਤੂੰ ਕਰਕੇ ਦਿਖਾਇਆ ਹੈ, ਬਸ ਤੇਰੇ ਵਰਗੀਆਂ ਧੀਆਂ ਘਰ ਘਰ ਜੰਮਣ। ਜੀ ਤੇ ਜਿਵੇਂ ਸਰ ਅਸੀਂ ਗੱਲ ਕਰ ਰਹੇ ਸੀਗੇ ਦੀ ਉਹਨਾਂ ਦੇ ਨਾਲ, ਦੱਸਿਆ ਉਹਨਾਂ ਨੇ ਕਿ ਬਾਈਕ ਤੇ ਠੰਡ ਦੇ ਵਿੱਚ ਛੱਡ ਕੇ ਆਉਂਦੇ ਸੀ ਤੁਸੀਂ ਕਾਲਜ, ਉਸ ਦਾ ਸਫ਼ਰ ਦੱਸੋ ਕਿ ਕਿੱਦਾਂ ਕੀ ਔਂਕੜਾਂ ਤੁਹਾਨੂੰ ਚੱਲਣੇ ਪਈਆਂ ਉਸ ਟਾਈਮ ਤੇ? ਬਾਹਰ ਤਾਂ ਜ਼ਰੂਰ ਠੰਡ ਸੀ ਪਰ ਮੇਰੇ ਅੰਦਰ ਇੰਨੀ ਤਪਸ਼ ਸੀ ਕਿ ਜਦੋਂ ਮੇਰੀ ਬੇਟੀ ਜੱਜ ਬਣ ਗਈ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਏਗਾ। ਬਸ ਅੰਦਰ ਦੀ ਉਸ ਤਪਸ਼ ਨੇ ਮੈਨੂੰ ਬਾਹਰ ਦੀ ਠੰਡ ਲੱਗਣ ਨਹੀਂ ਦਿੱਤੀ। ਜੀ ਦੇਖ ਰਿਹਾ ਦੀਦੀ ਅੱਖਾਂ ਅਜੇ ਵੀ ਭਰੀਆਂ ਹੋਈਆਂ ਨੇ, ਹਜੇ ਵੀ ਕਹਿ ਸਕਦੇ ਹਾਂ ਕਿ ਅਜੇ ਵੀ ਕਿਤੇ ਨਾ ਕਿਤੇ ਉਹ ਸਟਰਗਲ, ਉਹ ਖੁਸ਼ੀ ਹਜੇ ਵੀ ਅੱਖਾਂ ਦੇ ਵਿੱਚ ਝਲਕ ਰਹੀ ਹੈ। ਹਾਂਜੀ ਮੈਮ, ਉਹ ਤਾਂ ਮਤਲਬ ਮੈਨੂੰ ਮੇਰੇ ਮਰਦੇ ਦਮ ਤੱਕ ਮੈਂ ਨਹੀਂ ਭੁੱਲ ਸਕਦੀ ਤੇ ਨਾ ਹੀ ਪਾਪਾ ਦਾ ਉਹ ਕਰਜ਼ਾ ਜਿਹੜਾ ਹੈ ਉਹ ਮੈਂ ਉਹਦਾ ਮੁੱਲ ਮੋੜ ਸਕਦੀ ਹਾਂ, ਚਾਹੇ ਮੈਂ ਜਿੱਥੇ ਮਰਜ਼ੀ ਭਾਵੇਂ ਹਾਈ ਕੋਰਟ ਦੇ ਜੱਜ ਕਿਉਂ ਨਾ ਲੱਗ ਜਾਵਾ, ਉਹ ਮੈਂ ਨਹੀਂ ਮੋੜ ਸਕਦੀ ਕਦੀ ਵੀ। ਜੀ ਤੇ ਹੁਣ ਤੁਸੀਂ ਜੱਜ ਬਣ ਚੁੱਕੇ ਹੋ, ਜੀਵਨ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕਰ ਚੁੱਕੇ ਹੋ, ਸਭ ਤੋਂ ਪਹਿਲਾਂ ਆਪਣੇ ਪਾਪਾ ਲਈ ਕੀ ਕਰੋਗੇ? ਪਾਪਾ ਲਈ ਮੈਂ ਜੋ ਵੀ ਕਰਾਂ ਉਹ ਘੱਟ ਹੈ। ਸੋ ਸਭ ਤੋਂ ਪਹਿਲੇ ਜਿਨ੍ਹਾਂ ਪਾਪਾ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ, ਅਗਰ ਕੁਝ ਪੈਸੇ ਪਾਪਾ ਦੇ ਦੇਣ ਵਾਲੇ ਨੇ, ਮੈਂ ਸਭ ਤੋਂ ਪਹਿਲਾਂ ਤਾਂ ਉਹ ਲਾਵਾਂਗੀ। ਬਾਕੀ ਜੋ ਮਤਲਬ ਇੱਕ ਹਰ ਬੱਚੇ ਦਾ ਸੁਪਨਾ ਹੁੰਦਾ ਹੈ ਆਪਣੇ ਮਾਪਿਓ ਨੂੰ ਐਸ਼ ਕਰਾਣੀ, ਉਹਦੇ ਲਈ ਮੈਂ ਜੋ ਹੋ ਸਕਿਆ ਕੋਸ਼ਿਸ਼ ਕਰਾਂਗੀ। ਜੀ ਬਿਲਕੁਲ, ਬਾਕੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਟਾਈਮ ਰਵੇ ਆਉਣ ਵਾਲਾ ਵੀ। ਜੀ ਤੇ ਸਰ ਤੁਸੀਂ ਬੇਟੀ ਦੇ ਲਈ ਕੀ ਹੁਣ ਚਾਹੁੰਦੇ ਹੋ? ਮੈਂ ਠੀਕ ਹੈ, ਅਸੀਂ ਤੇ ਬਹੁਤ ਘੱਟ ਪੈਸੇ ਵਿੱਚ ਵੀ ਗੁਜ਼ਾਰਾ ਕੀਤਾ ਹੈ। ਮੈਂ ਇਹਨੂੰ ਇਹੀ ਕਹਾਂਗਾ ਪੁੱਤ ਕੋਈ ਗੱਲ ਨਹੀਂ, ਆਪਣੀ ਗਰੀਬੀ ਨੂੰ ਨਹੀਂ ਭੁੱਲਣਾ, ਹੋ ਸਕੇ ਤਾਂ ਸਾਲ ਵਿੱਚ 1-2 ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਦਦ ਕਰਕੇ ਇਸ ਮੁਕਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ। ਇਹੀ ਮੇਰੇ ਲਈ ਸਭ ਤੋਂ ਖੁਸ਼ੀ ਦਾ ਪਲ ਹੋਵੇਗਾ। ਜੀ ਤੇ ਸਰ ਜਦੋਂ ਧੀ ਜੰਮੀ ਸੀਗੀ ਤੁਸੀਂ ਲੱਡੂ ਵੰਡੇ, ਮਿਠਾਈਆਂ ਵੰਡੀਆਂ, ਤੇ ਮੰਮਾ ਦਾ ਕੀ ਰਿਐਕਸ਼ਨ ਸੀਗਾ ਜਦੋਂ ਬੇਟੀ ਹੋਈ? ਨਹੀਂ, ਉਹਦਾ ਵੀ ਕੋਈ ਰਿਜੈਕਸ਼ਨ ਇੱਦਾਂ ਦਾ ਨਹੀਂ ਸੀਗਾ। ਇਦੋਂ ਪਹਿਲਾਂ ਇੱਕ ਬੇਟਾ ਹੋਇਆ ਸੀਗਾ, ਉਹ ਬਚਿਆ ਨਹੀਂ ਸੀਗਾ, ਜਿਹਦਾ ਉਹਨੂੰ ਉਹੀ ਦੁੱਖ ਸੀਗਾ। ਜਦੋਂ ਇਹ ਹੋਣ ਵਾਲੀ ਸੀ ਤੇ ਉਹਨੇ ਮੇਰੇ ਨਾਲ ਗੱਲਾਂ ਕਰਨੀਆਂ, ਚਲੋ ਸਾਡਾ ਉਹ ਵਾਪਸ ਆ ਜਾਏਗਾ, ਰਾਜਨ ਸਾਡਾ ਵਾਪਸ ਆ ਜਾਏਗਾ, ਇਦਾਂ ਹੋ ਜਾਏਗਾ। ਤੇ ਜਦੋਂ ਬੇਟੀ ਹੋ ਗਈ, ਉਹਨੂੰ ਪਤਾ ਲੱਗਾ ਬੇਟੀ ਆ, ਥੋੜਾ ਉਹਦਾ ਮੂਡ ਆਫ ਹੋ ਗਿਆ, ਅਪਸੈਟ ਹੋ ਗਿਆ।
ਜਿੱਦਾਂ ਮਾੜਾ ਨਾਲ ਰੋਣ ਲੱਗ ਪਈ, ਤਾਂ ਕੋਈ ਇਦਾਂ ਦੀ ਗੱਲ ਨਹੀਂ ਸੀ। ਮੈਂ ਕਿਹਾ ਤੂੰ ਐਵੇਂ ਰੋਈ ਜਾਂਦੀ ਹੈ, ਇਹਦਾ ਚਿਹਰਾ ਦੇਖ ਕਿੰਨਾ ਖਿੜਿਆ ਹੋਇਆ ਹੈ। ਤੇ ਮੈਂ ਉਸ ਵੇਲੇ ਬਰਫੀ ਦਾ ਡੱਬਾ ਲਿਆ ਕੇ ਨਰਸਾਂ ਨੂੰ ਦਿੱਤਾ, ਔਰ 2-3 ਉੱਥੇ ਨਰਸਾਂ ਸੀ, ਉਹਨਾਂ ਨੂੰ 100 ਰੁਪਈਆ ਵੀ ਦਿੱਤਾ। ਤੇ ਇਹ ਮੈਨੂੰ ਕਹਿਣ ਲੱਗ ਪਈ, ਕਹਿੰਦੀ ਪਾਗਲ ਹੋ ਗਏ ਹੋ। ਮੈਂ ਕਿਹਾ ਕੋਈ ਗੱਲ ਨਹੀਂ, ਇਹ ਆਪਾਂ ਧੀ ਨੂੰ ਦੱਸਾਂਗੇ, ਇਹਨਾਂ ਚੀਜ਼ਾਂ ਦਾ ਮੁੱਲ ਮੋੜੇਗੀ, ਚਿੰਤਾ ਨਾ ਕਰ ਤੂੰ। ਜੀ, ਜਦੋਂ ਹੋਏ ਸੀ ਮੰਮਾ ਰੋਏ ਸੀਗੇ ਤੇ ਹੁਣ ਸਾਬਤ ਕਰ ਦਿੱਤਾ ਕਿ ਬੇਟਿਆਂ ਨਾਲੋਂ ਵੀ ਵੱਧ ਕੇ ਹਾਂ ਮੈਂ। ਹਾਂਜੀ, ਮਤਲਬ ਮੇਰਾ ਇਹੀ ਇੱਕ ਸੁਪਨਾ ਰਿਹਾ ਸੀ ਕਿ ਮੈਂ ਇੱਕ ਐਗਜ਼ਾਮਪਲ ਸੈੱਟ ਕਰਾਂ। ਅੱਜ ਮੈਂ ਜੋ ਵੀ ਕੀਤਾ, ਮੈਂ ਸਿਰਫ ਆਪਣੇ ਮਾਂ-ਬਾਪ ਲਈ ਨਹੀਂ ਕੀਤਾ, ਬਲਕਿ ਦੁਨੀਆ ਦੇ ਉਹ ਹਰ ਮਾਂ-ਬਾਪ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਗਰ ਤੁਹਾਡੇ ਘਰ 2 ਕੁੜੀਆਂ ਏ ਜਾਂ ਅਗਰ ਕੁੜੀ ਨੇ ਜਨਮ ਲਿਆ ਤਾਂ ਉਹਦੇ ਤੇ ਨਿਰਾਸ਼ ਨਾ ਹੋਵੋ, ਉਹਨਾਂ ਨੂੰ ਇੱਕ ਮੌਕਾ ਦੇਵੋ। ਸੋ ਇਹ ਤੋਂ ਬਹੁਤ ਮਤਲਬ ਕੁੜੀਆਂ ਜਿਹੜੀਆਂ ਇੰਸਪਾਇਰ ਹੋ ਸਕਣ ਤੇ ਇੱਕ ਮਾਂ-ਬਾਪ ਨੂੰ ਵੀ ਸਿੱਖ ਮਿਲ ਸਕੇ, ਇਹੀ ਮੇਰਾ ਇੱਕ ਸੁਪਨਾ ਸੀ ਜਿਹਦੇ ਕਰਕੇ ਮੈਂ ਇੰਨੀ ਮਿਹਨਤ ਕੀਤੀ ਹੈ। ਜੀ, ਤੇ ਇੱਕ ਬੇਟੀ ਤੇ ਇੱਕ ਬਾਪ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ, ਹੁਣ ਇੱਕ ਮਦਰ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਕਿ ਕਿੰਨਾ ਕਿ ਪ੍ਰਾਊਡ ਉਹਨਾਂ ਨੂੰ ਮਹਿਸੂਸ ਹੋ ਰਿਹਾ। ਆਂਟੀ ਜੀ ਮੁਬਾਰਕਾਂ ਤੁਹਾਨੂੰ ਪਹਿਲਾਂ ਤੇ ਬਹੁਤ-ਬਹੁਤ। ਥੈਂਕ ਯੂ। ਜੀ, ਤੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਇੱਕ ਮਾਂ ਨੂੰ ਆਪਣੀ ਧੀ ਦੇ ਉੱਪਰ ਅੱਜ? ਜ਼ਿਆਦਾ ਹੋ ਰਿਹਾ, ਬਹੁਤ ਜ਼ਿਆਦਾ ਹੋ ਰਿਹਾ। ਜਦੋਂ ਹੋਏ ਸੀਗੇ ਤਾਂ ਰੋਏ ਸੀਗੇ ਤੁਸੀਂ? ਥੋੜਾ ਬਹੁਤ ਮੂਡ ਆਫ ਹੋਇਆ ਸੀ। ਅੱਛਾ ਜੀ, ਮੂਡ ਕਿਉਂ ਆਫ ਹੋਇਆ ਸੀ? ਤੇ ਅੱਜ ਫਿਰ ਹੁਣ ਧੀ ਦੇਖੋ, ਤੁਸੀਂ ਉਦੋਂ ਰੋਏ ਸੀ ਤੇ ਅੱਜ ਧੀ ਜੱਜ ਲੱਗ ਗਈ ਆ। ਹੁਣ ਦੱਸੋ, ਹੁਣ ਕੀ ਬੇਟਿਆਂ ਨਾਲੋਂ ਵੱਧ ਗਿਆ ਤੁਹਾਡੀ ਧੀ? ਹਾਂ, ਵੱਧ ਕੇ। ਜੀ, ਸੋ ਵੇਖ ਸਕਦੇ ਹੋ ਅੱਖਾਂ ਦੇ ਵਿੱਚ ਝਲਕ ਇੱਕ ਮਾਂ ਦੀ ਜਿਨ੍ਹਾਂ ਦੀ ਧੀ ਜੱਜ ਬਣ ਚੁੱਕੀ ਆ। ਹਾਲਾਂਕਿ ਜਦੋਂ ਹੋਏ ਸੀ ਤੇ ਉਦੋਂ ਅੱਖਾਂ ਨਮ ਸੀਗੀਆਂ ਕਿ ਸ਼ਾਇਦ ਲੜਕਾ ਹੋਵੇ, ਪਰ ਹੁਣ ਲੜਕਿਆਂ ਨਾਲੋਂ ਵੱਧ ਕੇ ਇਸ ਧੀ ਨੇ ਉਹ ਕੰਮ ਕਰਕੇ ਦਿਖਾਇਆ। ਅਸੀਂ ਵੀ ਉਹਨਾਂ ਦੇ ਪੂਰੇ ਪਰਿਵਾਰ ਨੂੰ ਮੁਬਾਰਕਾਂ ਦਿੰਦੇ ਹਾਂ, ਵਧਾਈ ਦੇ ਪਾਤਰ ਨੇ ਜਿਨ੍ਹਾਂ ਦੀ ਧੀ ਨੇ ਅੱਜ ਜੱਜ ਬਣ ਕੇ ਇਹਨਾਂ ਦੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਭਰ ਦੇ ਵਿੱਚ ਚਮਕਾਇਆ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੁੜੇ ਰਹੋ ਆਵਾਮ ਮੀਡੀਆ ਦੇ ਨਾਲ।